नमस्कार, खबरां दे इस बुलेटिन च तुहाडा स्वागत। मैं रजनी। पहला पेश ने चोणवीआं खबरां। राष्ट्र ने 73वां गणतंत्र दिवस जोश ਅਤੇ ਉਤਸ਼ਾਹ ਨਾਲ ਮਨਾਇਆ। ਰਾਜਪਥ ਤੇ ਦੇਸ਼ ਦੀ ਫੌਜੀ ਤਾਕਤ ਅਤੇ ਸੱਭਿਆਚਾਰਕ ਵਿਭਿੰਨਤਾ ਦੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਮਰ ਸਮਾਰਕ ਵਿਖੇ ਸ਼ਹੀਦਾਂ ਨੂੰ ਕੀਤਾ ਨਮਨ। पंजाब विच जिला हैडकुआर्टरां समेत वख-वख थाई होए गणतंत्र दिवस समागम। राजपाल बनवारी लाल पुरोहित ने मोहाली विखे झंडा लहराया। पंजाब विधान सभा चोणां लई नामजदगियां दाखल करन दा काम अज तो फिर शुरू होवेगा। कांग्रेस वल्लों असैंबली चोणां लई जारी उम्मीदवारां दी दूजी लिस्ट ते कई हलकियां विच पार्टी आगू नाराज। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰ ਨੇ ਕੱਲ੍ਹ ਆਪਣਾ 73ਵਾਂ ਗਣਤੰਤਰ ਦਿਵਸ ਮਨਾਇਆ। ਮੁੱਖ ਸਮਾਗਮ ਕੌਮੀ ਰਾਜਧਾਨੀ ਦਿੱਲੀ ਦੇ ਰਾਜਪਥ ਤੇ ਕਰਵਾਇਆ ਗਿਆ, ਜਿੱਥੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮੀ ਝੰਡਾ ਲਹਿਰਾਇਆ ਅਤੇ ਫੀਲਡ ਰੈਜੀਮੈਂਟ 871 ਦੇ ਗਾਰਡ ਆਫ ਆਨਰ ਵੱਲੋਂ ਪੇਸ਼ ਕੀਤੀ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਰਾਸ਼ਟਰੀ ਗਾਨ ਗਾਇਆ ਗਿਆ ਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀਆਂ ਸਮੇਤ ਹੋਰ ਸ਼ਖਸੀਅਤਾਂ ਸਮਾਗਮ ਦੌਰਾਨ ਮੌਜੂਦ ਸਨ। And we have the armored personnel. ਜੰਮੂ ਕਸ਼ਮੀਰ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਬਾਬੂ ਰਾਮ ਨੂੰ ਰਾਸ਼ਟਰਪਤੀ ਨੇ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ। ਸ਼ਹੀਦੀ ਪਤਨੀ ਤੇ ਉਸਦੇ ਸਪੁੱਤਰ ਨੇ ਰਾਸ਼ਟਰਪਤੀ ਕੋਲੋਂ ਇਹ ਸਨਮਾਨ ਹਾਸਲ ਕੀਤਾ। ਬਾਬੂ ਰਾਮ ਨੇ ਸਨ 2020 ਵਿੱਚ ਸ਼੍ਰੀਨਗਰ ਵਿਖੇ ਅਤਵਾਦੀਆਂ ਵਿਰੁੱਧ ਮੁਹਿੰਮ ਦੌਰਾਨ 3 ਅਤਵਾਦੀਆਂ ਨੂੰ ਮਾਰ ਮੁਕਾਇਆ ਸੀ ਤੇ ਖੁਦ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਸ਼ਹੀਦ ਹੋ ਗਏ ਸਨ। ਰਾਜਪਥ ਤੇ ਹੋਏ ਸਮਾਗਮ ਦੌਰਾਨ ਭਾਰਤ ਦੀ ਫੌਜੀ ਤਾਕਤ, ਸੱਭਿਆਚਾਰਕ ਵਿਭਿੰਨਤਾ, ਸਮਾਜਿਕ ਅਤੇ ਆਰਥਿਕ ਤਰੱਕੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੀ ਝਾਕੀ ਵੀ ਖਿੱਚ ਦਾ ਕੇਂਦਰ ਰਹੀ, ਜਿਸ ਰਾਹੀਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਦਿੱਤੀ ਗਈ। पंजाब हमें कुल हिंद दे सिर दा ताज हमें शहीद सुखदेव राजगुरु भगत सिंह उधम सिंह हमें मैं हलाला। ਗਣਤੰਤਰ ਦਿਵਸ ਜਸ਼ਨਾਂ ਦੇ ਸੰਬੰਧ ਵਿੱਚ ਵਾਯੂ ਸੈਨਾ ਦੇ 75 ਜਹਾਜ਼ਾਂ ਤੇ ਹੈਲੀਕਾਪਟਰਾਂ ਵੱਲੋਂ ਸ਼ਾਨਦਾਰ ਫਲਾਈ ਪਾਸਟ ਕੀਤਾ ਗਿਆ। ਇਨ੍ਹਾਂ ਵਿੱਚ ਰਾਫੇਲ, ਸੁਖੋਈ ਤੇ ਜਗੁਆਰ ਵਰਗੇ ਜਹਾਜ਼ ਅਤੇ ਤ੍ਰਿਸ਼ੂਲ, ਤਿਰੰਗਾ ਤੇ ਵਿਜੇ ਵਰਗੇ ਹੈਲੀਕਾਪਟਰ ਸ਼ਾਮਲ ਸਨ। Special provision has been made to give you aerial shots. ਰੱਖਿਆ ਮੰਤਰਾਲਾ ਨੇ ਰਾਜਪਥ ਤੇ ਮੁੱਖ ਪਰੇਡ ਲਈ ਕਈ ਨਵੀਆਂ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ। ਸਮਾਜ ਦੇ ਅਜਿਹੇ ਵਰਗਾਂ ਨੂੰ ਪਰੇਡ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਜੋ ਅਕਸਰ ਪਰੇਡ ਨਹੀਂ ਦੇਖ ਸਕਦੇ ਸਨ। ਗਣਤੰਤਰ ਦਿਵਸ ਦੀ ਪਰੇਡ ਦੇਖਣ ਲਈ ਆਟੋ ਰਿਕਸ਼ਾ ਚਾਲਕਾਂ, ਉਸਾਰੀ ਕਾਰਜ ਕਰਨ ਵਾਲੇ ਮਜ਼ਦੂਰਾਂ, ਸੈਨੀਟੇਸ਼ਨ ਵਰਕਰਸ ਅਤੇ ਫਰੰਟ ਲਾਈਨ ਸਿਹਤ ਕਾਮਿਆਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ। ਰਾਜਪਥ ਤੇ ਹੋਏ ਸਮਾਗਮ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੀ ਸਮਾਗਮ ਕਰਵਾਏ ਗਏ। ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਮਰ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮਾਰਕ ਵਿੱਚ 26,000 ਤੋਂ ਵੱਧ ਸ਼ਹੀਦਾਂ ਦੇ ਨਾਂ ਦਰਜ ਨੇ। ਇਸ ਮੌਕੇ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਦੇ ਤਿੰਨੋਂ ਅੰਗਾਂ ਦੇ ਮੁਖੀ ਵੀ ਮੌਜੂਦ ਸਨ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਵਿਜ਼ਟਰ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਨੂੰ ਦਰਜ ਕੀਤਾ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ 73ਵੇਂ ਗਣਤੰਤਰ ਦਿਵਸ ਦੀ ਨਵੀਂ ਦਿੱਲੀ ਵਿੱਚ ਹੋਈ ਮੁੱਖ ਪਰੇਡ ਦੌਰਾਨ ਸਿੱਧੇ ਪ੍ਰਸਾਰਣ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਸਾਰ ਭਾਰਤੀ ਅਤੇ ਡੀਡੀ ਨਿਊਜ਼ ਲਾਈਵ ਦੀਆਂ ਟੀਮਾਂ ਵੱਲੋਂ ਤਕਨੀਕੀ ਤੌਰ ਤੇ ਕੀਤੇ ਗਏ ਤਜਰਬਿਆਂ ਨੂੰ ਕਾਫੀ ਸਫਲ ਦੱਸਿਆ ਹੈ। ਇੱਕ ਟਵੀਟ ਸੁਨੇਹੇ ਵਿੱਚ ਉਨ੍ਹਾਂ ਪਾਇਲਟ ਦੇ ਕਾਕਪਿਟ ਸਮੇਤ ਫਲਾਈ ਪਾਸਟ ਦੇ ਹਵਾਈ ਦ੍ਰਿਸ਼ਾਂ ਦਾ ਲਾਈਵ ਪ੍ਰਸਾਰਣ ਕੀਤੇ ਜਾਣ ਨੂੰ ਯਾਦਗਾਰੀ ਦੱਸਦਿਆਂ ਪੂਰੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਦੁਨੀਆ ਭਰ ਵਿੱਚ ਭਾਰਤੀ ਦੂਤਘਰਾਂ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ 73ਵਾਂ ਗਣਤੰਤਰ ਦਿਵਸ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇੰਡੀਅਨ ਕੌਂਸਲ ਆਫ ਕਲਚਰਲ ਰਿਲੇਸ਼ਨਸ ਅਤੇ ਦੂਤਘਰਾਂ ਵੱਲੋਂ ਇਸ ਮੌਕੇ ਕਈ ਸਮਾਗਮ ਕਰਵਾਏ ਗਏ। ਦੁਨੀਆ ਭਰ ਵਿੱਚ ਫੈਲੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਅਜਿਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਦੱਖਣ ਅਫਰੀਕਾ ਦੇ ਪ੍ਰਿੰਟੋਰੀਆ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਵਿਚਾਲੇ ਇੱਕ ਦੋਸਤਾਨਾ ਕ੍ਰਿਕਟ ਮੈਚ ਖੇਡਿਆ ਗਿਆ। ਭਾਰਤ ਦਾ ਗਣਤੰਤਰ ਦਿਵਸ ਅਤੇ ਆਸਟ੍ਰੇਲੀਆਈ ਦਾ ਕੌਮੀ ਦਿਹਾੜਾ 26 ਜਨਵਰੀ ਨੂੰ ਇੱਕੋ ਦਿਨ ਹੀ ਹੁੰਦਾ ਹੈ। ਬਰੂਨਾਈ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਵੀ ਗਣਤੰਤਰ ਦਿਵਸ ਸਮਾਗਮ ਕਰਵਾਇਆ ਗਿਆ। ਭਾਰੀ ਮੀਂਹ ਦੇ ਬਾਵਜੂਦ ਭਾਰਤ ਤੋਂ 100 ਤੋਂ ਵੱਧ ਭਾਰਤੀਆਂ ਅਤੇ ਭਾਰਤ ਦੇ ਹਿਤੈਸ਼ੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਹਾਈ ਕਮਿਸ਼ਨਰ ਮੁਖਤੇਸ਼ ਪਰਦੇਸੀ ਨੇ ਇਸ ਮੌਕੇ ਤੇ ਨਿਊਜ਼ੀਲੈਂਡ ਨੂੰ ਐਕਸਪੋਰਟਿੰਗ ਟੂ ਨਿਊਜ਼ੀਲੈਂਡ ਨਾਂ ਦੀ ਇੱਕ ਕਿਤਾਬ ਜਾਰੀ ਕੀਤੀ। ਗਣਤੰਤਰ ਦਿਵਸ ਦੇ ਮੌਕੇ ਤੇ ਚੌਥੀ ਸਦੀ 'ਚ ਇਟਲੀ ਦੇ ਰੋਮ 'ਚ ਬਣੇ ਬਾਥਸ ਆਫ ਡਾਇਓਕਲੈਂਟੀਨੀਅਨ ਤੇ ਤਿਰੰਗੀ ਰੌਸ਼ਨੀ ਕੀਤੀ ਗਈ। ਐਟਲਾਂਟਾ 'ਚ ਇੰਡੀਆ ਹਾਊਸ ਅਤੇ ਦੂਤਘਰ ਤੇ ਵੀ ਤਿਰੰਗੀ ਰੌਸ਼ਨੀ ਕੀਤੀ ਗਈ। ਅੰਗੋਲਾ ਵਿੱਚ ਪੈਂਦੇ ਭਾਰਤੀ ਦੂਤਘਰ 'ਚ ਤਿਰੰਗੀ ਰੌਸ਼ਨੀ ਕੀਤੀ ਗਈ ਅਤੇ ਇਸ ਦਿਨ ਨੂੰ ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ ਦੀ ਕੜੀ ਤਹਿਤ ਮਨਾਇਆ ਗਿਆ। ਅਮਰੀਕਾ ਵਿੱਚ ਸੰਸਦ ਮੈਂਬਰਾਂ ਤੋਂ ਲੈ ਕੇ ਸਨਅਤਕਾਰਾਂ, ਵਿਗਿਆਨੀਆਂ ਤੋਂ ਲੈ ਕੇ ਸਿੱਖਿਆ ਸ਼ਾਸਤਰੀਆਂ, ਭਾਰਤੀ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਅਤੇ ਵਿਦਿਆਰਥੀਆਂ ਵੱਲੋਂ ਅਮਰੀਕਾ ਵਿੱਚ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਗਣਤੰਤਰ ਦਿਵਸ ਦੇ ਮੌਕੇ ਤੇ ਅਟਾਰੀ ਸਥਿਤ ਕੌਮਾਂਤਰੀ ਸੀਮਾ ਚੌਂਕੀ ਤੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਾਂ ਨੇ ਕੱਲ੍ਹ ਇੱਕ ਦੂਜੇ ਨੂੰ ਮਿਠਾਈ ਦਿੱਤੀ। ਦੋਸਤੀ ਦਾ ਸੁਨੇਹਾ ਦੇਣ ਲਈ ਦੁਪਹਿਰ ਵੇਲੇ ਸਰਹੱਦ ਤੇ ਦਰਵਾਜ਼ਿਆਂ ਨੂੰ ਖੋਲ੍ਹਿਆ ਗਿਆ। ਸੀਮਾ ਸੁਰੱਖਿਆ ਬਲ ਅਤੇ ਪਾਕ ਰੇਂਜਰਸ ਦੇ ਕਈ ਅਧਿਕਾਰੀਆਂ ਤੇ ਜਵਾਨ ਇਸ ਮੌਕੇ ਮੌਜੂਦ ਸਨ। ਭਾਰਤ ਵੱਲੋਂ ਕਮਾਂਡੈਂਟ ਜਸਬੀਰ ਨੇ ਪਾਕਿਸਤਾਨ ਵੱਲੋਂ ਦਿੱਤੀ ਮਿਠਾਈ ਨੂੰ ਸਵੀਕਾਰ ਕੀਤਾ। ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ 73ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ਸਮੇਤ ਕਈ ਥਾਈਂ ਸਮਾਗਮ ਆਯੋਜਿਤ ਕੀਤੇ ਗਏ। ਰਾਜ ਪੱਧਰੀ ਸਮਾਗਮ SAS ਨਗਰ ਮੋਹਾਲੀ ਵਿਖੇ ਹੋਇਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦਾ ਮੁਆਇਨਾ ਕੀਤਾ ਤੇ ਸਲਾਮੀ ਲਈ। SS ਨਗਰ ਮੋਹਾਲੀ ਦੇ ਸਰਕਾਰੀ ਕਾਲਜ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੌਮੀ ਤਿਰੰਗਾ ਫਹਿਰਾਇਆ ਤੇ ਸ਼ਾਨਦਾਰ ਪਰੇਡ ਦਾ ਮੁਆਇਨਾ ਕੀਤਾ। अगली टुकड़ी भी पुलिस रिक्रूट ट्रेनिंग सेंटर जहान खेला सब इंस्पैक्टर रजिंदर सिंह प्लाटून कमांडर की अगवाई में कौमी झंडे को सलामी दे के कौमी झंडे को सलामी देते हुए उन्होंने पंजाब पुलिस, चंडीगढ़ पुलिस, उत्तराखंड पुलिस, साबका सैनिकों, फौज के NCC विंग, PAP, पुलिस ट्रेनिंग सेंटर जहान खेलों ਦੀਆਂ ਟੁਕੜੀਆਂ ਦੀ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਕਿਹਾ ਕਿ ਅਸੀਂ ਇਸ ਸਮੇਂ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਉਹਨਾਂ ਕਿਹਾ ਕਿ 21ਵੀਂ ਸਦੀ ਵਿੱਚ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਾਉਣ ਲਈ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਅਨੇਕਾਂ ਕਲਿਆਣਕਾਰੀ ਸਕੀਮਾਂ ਬਣਾਈਆਂ ਅਤੇ ਦੇਸ਼ ਤੇਜ਼ੀ ਨਾਲ तरक्की कर रहा है। देश इस समय आज़ादी के 75 साल का पर्व मना रहा है। हमारे स्वतंत्रता संग्राम सेनानियों ने जिस आधुनिक भारत का सपना देखा था उस सपने को पूरा करने के लिए हमें नई ऊर्जा से जुटना है। आज़ादी के 75 साल में आया ये गणतंत्र दिवस हमारे लिए नए संकल्पों का अवसर लेकर आया है। ਰਾਜਪਾਲ ਨੇ ਕਿਹਾ ਕਿ ਦੇਸ਼ ਵਿੱਚ ਮੂਲ ਢਾਂਚਾ ਦੇ ਵਿਕਾਸ ਤੇ ਵੱਡੇ ਪੱਧਰ ਤੇ ਕੰਮ ਹੋਇਆ ਹੈ ਅਤੇ ਅਸੀਂ ਤੇਜ਼ੀ ਨਾਲ ਨਵੇਂ ਭਾਰਤ ਦੇ ਨਿਰਮਾਣ ਵੱਲ ਅੱਗੇ ਵਧ ਰਹੇ ਹਾਂ। ਮੁੱਖ ਮਹਿਮਾਨ ਨੇ ਦੇਸ਼ ਦੀ ਆਜ਼ਾਦੀ ਵਿੱਚ ਭਾਰਤ ਦੇ ਵੱਡਮੁੱਲੇ ਯੋਗਦਾਨ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ, ਦੇਸ਼ ਭਗਤਾਂ ਤੇ ਆਜ਼ਾਦੀ ਸੰਗਰਾਮੀਆਂ ਦੀ ਧਰਤੀ ਹੈ ਤੇ ਸਾਨੂੰ ਸੁਤੰਤਰਤਾ, ਸਮਾਨਤਾ, ਨਿਆਂ ਅਤੇ ਭਾਈਚਾਰਕ ਸਾਂਝ ਤੇ ਚਲਦਿਆਂ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ। ਰਾਜਪਾਲ ਨੇ ਦੇਸ਼ ਵਿੱਚ ਟੀਕਾਕਰਨ ਮੁਹਿੰਮ ਦੀ ਸਫਲਤਾ ਦਾ ਉਚੇਚੇ ਤੌਰ ਤੇ ਜ਼ਿਕਰ ਕਰਦਿਆਂ ਸਭ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ। पंजाब
गुरु नानक देव जी की, गुरु गोविंद सिंह जी की, संतों की भूमि है। पंजाब लाला लाजपत राय जी की, सरदार भगत सिंह, राजगुरु सुखदेव की भूमि है। पंजाब श्रेष्ठ खिलाड़ियों की भूमि है और इसीलिए हमारा संविधान के प्रति दायित्व और बढ़ जाता है। ਸਮਾਗਮ ਦੌਰਾਨ ਸੂਬਾ ਭਰ ਤੋਂ ਵੱਖ-ਵੱਖ ਖੇਤਰਾਂ ਵਿੱਚ ਉੱਘਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਾਰ ਸੁਤੰਤਰਤਾ ਦਿਵਸ ਸਮਾਗਮ ਦਾ ਆਯੋਜਨ ਕੋਵਿਡ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਤੇ ਸਮਾਗਮ ਨੂੰ ਸੀਮਤ ਕਰ ਦਿੱਤਾ ਗਿਆ। ਸਮਾਗਮ ਦੌਰਾਨ ਝਾਕੀਆਂ ਨਹੀਂ ਕੱਢੀਆਂ ਗਈਆਂ। ਕੈਮਰਾਮੈਨ ਰੂਪਲਾਲ ਦੇ ਨਾਲ ਊਸ਼ਾ ਪਵਾਰ, ਦੂਰਦਰਸ਼ਨ ਸਮਾਚਾਰ, ਮੋਹਾਲੀ। ਜਲੰਧਰ ਵਿੱਚ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਇਆ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੌਮੀ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪਰੇਡ ਤੋਂ ਸਲਾਮੀ ਲਈ। ਮਾਰਚ ਪਾਸਟ ਦੀ ਅਗਵਾਈ IPS ਜਸਰੂਪ ਕੌਰ ਬਾਟ ਨੇ ਕੀਤੀ ਅਤੇ ਇਸ ਮਾਰਚ ਪਾਸਟ ਵਿੱਚ ITB ਕਮਿਸ਼ਨਰੇਟ ਪੁਲਿਸ ਮਰਦ ਤੇ ਔਰਤ, PRTC ਜਹਾਨ ਖੇਲਾ ਅਤੇ ਹੋਮਗਾਰਡ ਵਿੰਗ ਦੇ ਦਸਤਿਆਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਰਚੁਅਲ ਢੰਗ ਨਾਲ ਭਾਰਤ ਮੱਧ ਏਸ਼ੀਆਈ ਸਿਖਰ ਸੰਮੇਲਨ ਦੀ ਪਹਿਲੀ ਮੀਟਿੰਗ ਦੀ ਮੇਜ਼ਬਾਨੀ ਕਰਨਗੇ। ਮੀਟਿੰਗ ਵਿੱਚ ਕਜ਼ਾਕਿਸਤਾਨ, ਕਿਰਗਿਸਤਾਨ, ਤਜਾਕਿਸਤਾਨ, ਤੁਰਕਮੇਨੀਆਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਹਿੱਸਾ ਲੈਣਗੇ। ਭਾਰਤ ਅਤੇ ਮੱਧ ਏਸ਼ੀਆ ਦੇ ਚੋਟੀ ਦੇ ਆਗੂਆਂ ਵਿਚਾਲੇ ਇਹ ਆਪਣੀ ਤਰ੍ਹਾਂ ਦੀ ਪਹਿਲੀ ਮੀਟਿੰਗ ਹੋਵੇਗੀ। ਭਾਰਤ ਮੱਧ ਏਸ਼ੀਆ ਸੰਮੇਲਨ ਦਰਸਾਉਂਦਾ ਹੈ ਕਿ ਖੇਤਰ ਦੇ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਮਜ਼ਬੂਤ ਹੋ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਵਿੱਚ ਮੱਧ ਏਸ਼ੀਆਈ ਦੇਸ਼ਾਂ ਦਾ ਇਤਿਹਾਸਿਕ ਦੌਰਾ ਕੀਤਾ ਸੀ। ਉਦੋਂ ਤੋਂ ਭਾਰਤ ਨੇ ਇਨ੍ਹਾਂ ਦੇਸ਼ਾਂ ਨਾਲ ਦੁਵੱਲੇ ਅਤੇ ਬਹੁਰਾਸ਼ਟਰੀ ਮੰਚਾਂ ਤੇ ਆਪਸੀ ਸਾਂਝ ਦੇ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਹੈ। ਸੰਮੇਲਨ ਦੌਰਾਨ ਭਾਰਤ ਅਤੇ ਮੱਧ ਏਸ਼ੀਆ ਦੇ ਸੰਬੰਧਾਂ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਨ੍ਹਾਂ ਦੇਸ਼ਾਂ ਤੇ ਭਾਰਤ ਵਿਚਾਲੇ ਮੁੱਖ ਤੌਰ ਤੇ ਆਪਸੀ ਸੁਰੱਖਿਆ ਸਮੇਤ ਖੇਤਰੀ ਅਤੇ ਕੌਮਾਂਤਰੀ ਹਿੱਤਾਂ ਦੇ ਮੁੱਦਿਆਂ ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਕਾਨੂੰਨ ਅਤੇ ਨਿਆਂ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਗਣਤੰਤਰ ਦਿਵਸ ਤੇ ਭਾਰਤੀ ਫੌਜ ਨੇ ਚੀਨੀ PLA ਨਾਲ ਹੌਟਲਾਈਨ ਦਾ ਆਦਾਨ ਪ੍ਰਦਾਨ ਕੀਤਾ ਹੈ। ਇੱਕ ਟਵੀਟ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਚੀਨ ਇੱਕ ਭਾਰਤੀ ਨਾਗਰਿਕ ਨੂੰ ਰਿਹਾ ਕਰਨ ਲਈ ਸਹਿਮਤ ਹੋ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਉੱਪਰਲੇ ਸ਼ਿਆਂਗ ਜ਼ਿਲ੍ਹੇ ਦੇ ਪਿੰਡ ਜੀਡੋ ਦਾ ਇੱਕ 19 ਸਾਲ ਦਾ ਨੌਜਵਾਨ 18 ਜਨਵਰੀ ਤੋਂ ਲਾਪਤਾ ਸੀ। ਭਾਰਤੀ ਫੌਜ ਨੇ ਇਸ ਦੇ ਲਈ ਚੀਨੀ ਫੌਜ ਨਾਲ ਸੰਪਰਕ ਕੀਤਾ ਸੀ। ਚੀਨ ਨੇ ਦੱਸਿਆ ਕਿ ਇਹ ਵਿਅਕਤੀ ਚੀਨੀ ਖੇਤਰ 'ਚ ਭਟਕ ਗਿਆ ਸੀ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਵਿਅਕਤੀ ਦੀ ਰਿਹਾਈ ਬਾਰੇ ਸਮਾਂ ਨਿਰਧਾਰਿਤ ਕੀਤਾ ਜਾਵੇਗਾ। ਦੇਰੀ ਦਾ ਕਾਰਨ ਚੀਨ ਵਾਲੇ ਪਾਸੇ ਖਰਾਬ ਮੌਸਮ ਨੂੰ ਮੰਨਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਸੰਸਦ ਦੇ ਬਜਟ ਇਜਲਾਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 31 ਜਨਵਰੀ ਨੂੰ ਆਲ ਪਾਰਟੀ ਮੀਟਿੰਗ ਸੱਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਜ ਸਭਾ ਅਤੇ ਲੋਕ ਸਭਾ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਦਨਾਂ ਦੀ ਮੀਟਿੰਗ ਬੁਲਾਉਣ ਲਈ ਕਿਹਾ ਹੈ। ਕੋਵਿਡ ਦੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਇਹ ਮੀਟਿੰਗ ਵਰਚੁਅਲ ਢੰਗ ਨਾਲ ਹੋਵੇਗੀ। ਸੰਸਦ ਦਾ ਬਜਟ ਇਜਲਾਸ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਜਲਾਸ ਸਵੇਰੇ 11 ਵਜੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ। ਅਗਲੇ ਦਿਨ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਇਜਲਾਸ ਦਾ ਪਹਿਲਾ ਹਿੱਸਾ 11 ਫਰਵਰੀ ਤੱਕ ਚੱਲੇਗਾ। ਇੱਕ ਮਹੀਨੇ ਦੀ ਛੁੱਟੀ ਤੋਂ ਬਾਅਦ ਦੂਜਾ ਹਿੱਸਾ 14 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ 8 ਅਪ੍ਰੈਲ ਨੂੰ ਸਮਾਪਤ ਹੋਵੇਗਾ। ਬਜਟ ਇਜਲਾਸ ਦੌਰਾਨ ਕੋਵਿਡ ਤੋਂ ਬਚਾਅ ਲਈ ਸੰਸਦ ਦੇ ਦੋਵਾਂ ਸਦਨਾਂ ਵਿੱਚ ਇਹਤਿਆਤਨ ਦੂਰੀ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਨਵੇਂ ਨਿਯਮ 2 ਫਰਵਰੀ ਤੋਂ ਲਾਗੂ ਹੋਣਗੇ। ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਅੱਜ ਤੋਂ ਫਿਰ ਸ਼ੁਰੂ ਹੋ ਰਿਹਾ ਹੈ। ਕੱਲ੍ਹ ਗਣਤੰਤਰ ਦਿਵਸ ਦੀ ਛੁੱਟੀ ਕਾਰਨ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ। ਇਸ ਤੋਂ ਪਹਿਲਾਂ 25 ਜਨਵਰੀ ਨੂੰ ਸੂਬੇ ਵਿੱਚ 12 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਨਾਮਜ਼ਦਗੀ ਪੱਤਰ 1 ਫਰਵਰੀ ਤੱਕ ਦਾਖਲ ਕੀਤੇ ਜਾ ਸਕਦੇ ਨੇ। 2 ਫਰਵਰੀ ਨੂੰ ਉਨ੍ਹਾਂ ਦੀ ਪੜਤਾਲ ਹੋਵੇਗੀ ਅਤੇ 4 ਫਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਸੂਬੇ ਵਿੱਚ ਸਾਰੇ 117 ਅਸੈਂਬਲੀ ਹਲਕਿਆਂ ਲਈ ਇੱਕੋ ਗੇੜ ਵਿੱਚ ਪੋਲਿੰਗ 20 ਫਰਵਰੀ ਨੂੰ ਹੋਵੇਗੀ। ਪੰਜਾਬ ਵਿੱਚ ਕੱਲ੍ਹ ਕੋਵਿਡ-19 ਦੇ 5136 ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ। ਸੂਬੇ ਵਿੱਚ ਕੱਲ੍ਹ 39841 ਟੈਸਟ ਕੀਤੇ ਗਏ। ਇਸ ਦੌਰਾਨ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 29 ਤੇ 30 ਜਨਵਰੀ ਨੂੰ 300 ਤੋਂ ਵੱਧ ਥਾਵਾਂ ਤੇ ਕੋਵਿਡ ਟੀਕਾਕਰਨ ਦੇ ਮੇਗਾ ਕੈਂਪ ਲਗਾਏ ਜਾਣਗੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ। ਸਾਬਕਾ ਮੁੱਖ ਮੰਤਰੀ ਦੀ ਲੰਬੇ ਅਰਸੇ ਤੋਂ ਸਿਹਤ ਖਰਾਬ ਚੱਲ ਰਹੀ ਹੈ ਤੇ ਪਿਛਲੇ ਦਿਨੀ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਇਲਾਜ ਲਈ ਪੀਜੀਆਈ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਈਸਟ ਹਲਕੇ ਤੋਂ ਨਵਜੋਤ ਸਿੱਧੂ ਦੇ ਖਿਲਾਫ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਬਹੁਜਨ ਸਮਾਜ ਪਾਰਟੀ ਨੇ ਅਸੈਂਬਲੀ ਚੋਣਾਂ ਲਈ 6 ਉਮੀਦਵਾਰਾਂ ਦੀ ਆਖਰੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਸੂਬੇ ਦੇ 117 ਅਸੈਂਬਲੀ ਹਲਕਿਆਂ 'ਚੋਂ 20 ਹਲਕਿਆਂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣ ਲੜ ਰਹੀ ਹੈ। ਇਸ ਦੌਰਾਨ ਕਾਂਗਰਸ ਉਮੀਦਵਾਰਾਂ ਦੀ ਦੂਜੀ ਲਿਸਟ ਆਉਣ ਮਗਰੋਂ ਕਈ ਅਸੈਂਬਲੀ ਹਲਕਿਆਂ ਵਿੱਚ ਟਿਕਟਾਂ ਨੂੰ ਲੈ ਕੇ ਰੋਸ਼ ਵੇਖਣ ਨੂੰ ਮਿਲ ਰਿਹਾ ਹੈ। ਸੁਨਾਮ ਅਸੈਂਬਲੀ ਹਲਕੇ ਤੋਂ ਟਿਕਟ ਕੱਟੇ ਜਾਣ ਤੇ ਪਾਰਟੀ ਆਗੂ ਦਮਨਥਿੰਦ ਬਾਜਵਾ ਨੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਸੰਗਰੂਰ ਵਿੱਚ ਸਾਡੀ ਪੱਤਰਕਾਰ ਰਾਣਾ ਰਟੋਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਉਹ ਤਰਸ ਸਿਫਾਰਿਸ਼ ਜਾਂ ਕਿਸੇ ਦੀ ਭੈਣ ਭਤੀਜੀ ਹੋਣ ਕਰਕੇ ਇੱਥੇ ਨਹੀਂ ਪੁੱਜੇ ਨੇ, ਬਲਕਿ ਮਿਹਨਤ ਅਤੇ ਕੰਮ ਸਦਕਾ ਉਨ੍ਹਾਂ ਨੂੰ ਇਹ ਮੁਕਾਮ ਮਿਲਿਆ ਹੈ। ਅਣਥੱਕ ਮਿਹਨਤ ਨੂੰ ਇਗਨੋਰ ਕਰਕੇ ਕਿਸੇ ਇੱਕ ਐਮਐਲਏ ਦੇ ਭਤੀਜੇ ਨੂੰ ਜਦੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਉਹਦੇ ਨਾਲ ਦਿਲ ਤਾਂ ਜ਼ਰੂਰ ਦੁਖਦਾ ਹੈ, ਕਿਉਂਕਿ ਪਾਰਟੀ ਦੇ ਨਿਯਮ ਬਣਾਏ ਗਏ ਸੀਗੇ ਕਿ ਅਸੀਂ ਕਿਸੇ ਵੀ ਪਰਿਵਾਰਕ ਰਿਲੇਸ਼ਨਸ਼ਿਪ ਨੂੰ ਤਵੱਜੋ ਨਾ ਦੇ ਕੇ ਸਿਰਫ ਵਿਨੇਬਿਲਿਟੀ ਨੂੰ ਦੇਖਿਆ ਜਾਊਗਾ। ਪਰ ਸੁਨਾਮ ਵਿੱਚ ਉਹਨਾਂ ਨੇ ਆਪਣੇ ਸਾਰੇ ਰੂਲਸ ਨੂੰ ਇਗਨੋਰ ਕਰਦੇ ਹੋਏ ਸਿਰਫ ਇੱਕ ਐਮਐਲਏ ਦੇ ਭਤੀਜੇ ਨੂੰ ਔਰ ਉਸ ਐਮਐਲਏ ਨੂੰ ਜਿਹੜਾ ਆਪਣੇ ਹਲਕੇ 'ਚ ਸ਼ਾਇਦ ਹਾਰ ਰਿਹਾ ਸੀਗਾ ਔਰ ਉੱਥੋਂ ਲੜਨਾ ਨਹੀਂ ਸੀ ਚਾਹੁੰਦਾ, ਸੋ ਉਹਨੂੰ ਐਡਜਸਟ ਕਰਨ ਲਈ ਇੱਕ ਨੌਜਵਾਨ ਮਹਿਲਾ ਦਾ ਜਿਹਨੇ ਮਿਹਨਤ ਕਰਕੇ ਇੱਥੇ ਤੱਕ ਆਪਣਾ ਰਸਤਾ ਬਣਾਇਆ ਹੈ ਉਸ ਦੀ ਜਿਹੜੀ ਟਿਕਟ ਕੱਟੀ ਹੈ। ਤੇ ਇਹ ਬਹੁਤ ਹੀ ਮੈਂ ਸਮਝਦੀ ਹਾਂ ਪਾਰਟੀ ਵਾਸਤੇ ਵੀ ਔਰ ਸੁਨਾਮ ਕਾਂਗਰਸ ਵਾਸਤੇ ਬੜਾ ਹੀ ਇਸੇ ਤਰ੍ਹਾਂ ਸਾਹਨੇਵਾਲ ਤੋਂ ਸਤਵਿੰਦਰ ਬਿੱਟੀ ਵੀ ਟਿਕਟ ਨਾ ਮਿਲਣ ਤੇ ਨਾਰਾਜ਼ ਨੇ। ਸਮਰਾਲਾ ਤੋਂ ਮੌਜੂਦਾ ਵਿਧਾਨਕਾਰ ਅਮਰੀਕ ਢਿੱਲੋਂ ਨੇ ਟਿਕਟ ਕੱਟਣ ਦੇ ਬਾਵਜੂਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਧਰ ਫਿਰੋਜ਼ਪੁਰ ਦਿਹਾਤੀ ਅਸੈਂਬਲੀ ਹਲਕੇ ਤੋਂ ਮੌਜੂਦਾ ਵਿਧਾਨਕਾਰ ਸਤਕਾਰ ਕੌਰ ਨੇ ਟਿਕਟ ਨਾ ਮਿਲਣ ਮਗਰੋਂ ਹੁਣ ਆਪਣੇ ਹਿਮਾਇਤੀਆਂ ਦੀ ਮੀਟਿੰਗ ਬੁਲਾਈ ਹੈ। ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਖਰੜ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨ ਦਾ ਐਲਾਨ ਕੀਤਾ ਹੈ। ਟਿਕਟ ਵੰਡ ਮਗਰੋਂ ਰੋਹ ਵਿੱਚ ਆਏ ਜੱਸੀ ਦੇ ਸਮਰਥਕਾਂ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਪੋਸਟਰ ਪਾੜ ਦਿੱਤੇ। मैं अस्तीफा दे चुके हैं अपना और हमेशा जिंदगी ਦੇ ਵਿੱਚ ਜਿਹੜਾ ਫੈਸਲਾ ਲਿਆ ਇਹੀ ਮੇਰੀ ਪਛਾਣ ਹੈ। ਮੈਂ ਕਦੇ ਬੈਕ ਸਟੈਪ ਨਹੀਂ ਲਿਆ। ਉਸ ਅਸਤੀਫਾ ਭੇਜਿਆ ਕਿਹਨੂੰ? ਅਸਤੀਫਾ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੇ, ਮੈਂ ਯੂਥ ਕਾਂਗਰਸ ਦੇ ਅਹੁਦੇਦਾਰ ਤੇ ਉਹਨਾਂ ਨੂੰ ਆਪਣਾ ਅਸਤੀਫਾ ਭੇਜਤਾ। ਉਸ ਤੋਂ ਬਾਅਦ ਜਿਹੜੀ ਚੋਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਂ ਚੋਣ ਲੜਾਂਗਾ। ਹਾਲੀ ਤੋਂ ਸਾਡੇ ਪੱਤਰਕਾਰ ਮਨੋਜ ਗਿਰਦਰ ਮੁਤਾਬਿਕ ਸਾਬਕਾ ਮੰਤਰੀ ਜਗਮੋਹਨ ਕੰਗ ਨੇ ਵੀ ਟਿਕਟ ਨਾ ਮਿਲਣ ਦੀ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਹੈ। ਅਜਿਹੀ ਚਰਚਾ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਮੈਂ ਸਟੂਡੀਓ ਤੋਂ ਮਾਸਕ ਲਗਾ ਕੇ ਬਾਹਰ ਜਾ ਰਹੀ ਹਾਂ ਤੇ ਤੁਸੀਂ ਵੀ ਘਰੋਂ ਬਾਹਰ ਨਿਕਲਣ ਲੱਗੇ ਮਾਸਕ ਜ਼ਰੂਰ ਪਹਿਨੋ। ਦਿਓ ਆਗਿਆ। ਨਮਸਕਾਰ।